ਵਡਭਾਗੀ ਹਰ ਸੰਗਤ ਪਾਵੇਂ, ਭਾਗਹੀਨ ਪ੍ਰਮ ਚੋਟਾਂ ਖਾਵੇਂ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਮਿਲ ਸੰਗਤ ਮੈਲ ਭਰੀਜੈ ਜੀਓ। ਸਾਧ ਸੰਗਤ ਜੀ, ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਬੇਅੰਤ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਕਮਸਤਕ ਹੋ ਰਹੀਆਂ ਹਨ ਅਤੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਲਾ ਰਹੀਆਂ ਹਨ ਤੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਮਹਾਨ ਚਿੰਤਕ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 27ਵੀਂ ਪੌੜੀ ਵਿੱਚ ਜਗਤ ਤਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਲਿਖਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸੰਸਾਰ ਵਿੱਚ ਪ੍ਰਗਟ ਹੋਏ ਤਾਂ ਘੋਰ ਅੰਧੇਰੇ ਦੀ ਧੁੰਦ ਖੰਭ ਲਾ ਕੇ ਉੱਡ ਗਈ। ਗੁਰੂ ਨਾਨਕ ਜੀ ਦੇ ਗਿਆਨ ਰੂਪੀ ਸੂਰਜ ਦੇ ਨਿਕਲਦਿਆਂ ਹੀ ਕੂੜ ਦਾ ਹਨੇਰਾ ਦਿਨ ਦੀ ਰੋਸ਼ਨੀ ਵਿੱਚ ਕਿਤੇ ਨਜ਼ਰ ਹੀ ਨਹੀਂ ਆਇਆ ਤੇ ਤਾਰਿਆਂ ਵਾਂਗ ਆਲੋਪ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ੇਰ ਗਰਜ ਨੂੰ ਪੂਰੀ ਤਰ੍ਹਾਂ ਸਮਝਣ ਲਈ ਗੁਰੂ ਸਾਹਿਬ ਦੇ ਆਗਮਨ ਸਮੇਂ ਭਾਰਤ ਵਰਸ਼ ਦੀ ਦੂਰਦਰਸ਼ਾ ਨੂੰ ਅੱਖੋਂ ਓਲੇ ਨਹੀਂ ਕੀਤਾ ਜਾ ਸਕਦਾ। ਸਨ 1206 ਤੋਂ 1526 ਤੱਕ ਪਠਾਨਾਂ ਦੇ 5 ਖਾਨਦਾਨਾਂ ਨੇ ਭਾਰਤ ਤੇ ਰਾਜ ਕੀਤਾ। ਜਦੋਂ ਸਨ 1469 ਨੂੰ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ, ਉਸ ਸਮੇਂ ਆਖਿਰਲੇ ਖਾਨਦਾਨ ਦਾ ਪਹਿਲਾ ਬਾਦਸ਼ਾਹ ਬਹਿਲੋਲ ਲੋਧੀ ਦਿੱਲੀ ਦੇ ਤਖਤ ਤੇ ਬੈਠਾ ਹੋਇਆ ਸੀ। ਉਸ ਦੀ ਮੌਤ ਉਪਰੰਤ ਉਸ ਦਾ ਪੁੱਤਰ ਸਿਕੰਦਰ ਲੋਧੀ ਦਿੱਲੀ ਦੇ ਤਖਤ ਦਾ ਵਾਰਿਸ ਬਣਿਆ, ਜਿਸ ਨੇ ਸਨ 1499 ਤੋਂ 1517 ਤੱਕ ਰਾਜ ਕੀਤਾ। ਇਸ ਨੇ ਜਿੰਨਾ ਚਿਰ ਰਾਜ ਕੀਤਾ, ਭਾਰਤੀ ਹਿੰਦੂ ਜਨਤਾ ਉੱਤੇ ਖਾਸ ਕਰਕੇ ਸਖਤੀਆਂ ਕੀਤੀਆਂ। ਇਸ ਨੇ ਹੀ ਭਗਤ ਕਬੀਰ ਜੀ ਨੂੰ ਸਰੀਰਕ ਕਸ਼ਟ ਦਿੱਤੇ ਸਨ। ਡਾਕਟਰ ਲਤੀਫ ਲਿਖਦਾ ਹੈ, ਉਸ ਵੇਲੇ ਧੋਖਾ, ਫਰੇਬ, ਠੱਗੀ, ਚੋਰੀ ਤੇ ਚਲਾਕੀ ਦਾ ਰਾਜ ਸੀ। ਹਿੰਦੁਸਤਾਨ ਦੀ ਹਰ ਨੁਕਰੇ ਬੇਚੈਨੀ ਤੇ ਘਬਰਾਹਟ ਬਣੀ ਹੋਈ ਸੀ। ਸਾਰੇ ਦੇਸ਼ ਵਿੱਚ ਪਾਪ, ਜ਼ੁਲਮ, ਐਸ਼ ਇਸ਼ਰਤ ਹੀ ਮਿਲਦੇ ਦਿਸਦੇ ਸਨ। ਇਸ ਸਾਰੀ ਹਾਲਾਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਵੇਂ ਕਲਮਬੰਦ ਕੀਤਾ ਹੈ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਆ। ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਗੱਲ ਕੀ ਉਸ ਸਮੇਂ ਦੀ ਰਾਜ ਸੀ। ਧਾਰਮਿਕ ਤੇ ਸਮਾਜਿਕ ਹਾਲਾਤ ਨੂੰ ਸੰਪੇਖ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਸ ਸਮੇਂ ਰਾਜ ਲੋਭ ਦਾ ਸੀ, ਚੌਕੀਦਾਰੀ ਕਾਮ ਦੀ ਸੀ, ਸਰਦਾਰੀ ਕੂੜ ਦੀ ਸੀ। ਜਨਤਾ ਅਗਿਆਨਤਾ ਦੇ ਹਨੇਰੇ ਵਿੱਚ ਫਸੀ ਹੋਈ ਸੀ। ਸੱਚ ਤੇ ਸਦਾਚਾਰ ਉੱਡ ਗਿਆ ਸੀ। ਧਰਮ ਦੇ ਠੇਕੇਦਾਰ ਧਰਮ ਨੂੰ ਵੇਚ ਕੇ ਖਾ ਰਹੇ ਸਨ। ਗੁਰਦੇਵ ਜੀ ਆਪਣੇ ਸ਼ਬਦਾਂ ਵਿੱਚ ਲਿਖਦੇ ਹਨ, ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ। ਕਾਮ ਨਹਿਮ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਜਤ ਗਿਆਨ ਵਿਹੂਨੀ, ਭਾਏ ਭਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇਂ, ਰੂਪ ਕਰੇ ਸ਼ਿੰਗਾਰ। ਉੱਚੇ ਕੂਕੇ ਵਾਦਾ ਗਾਵੇਂ, ਜੋਧਾ ਕਾ ਵਿਚਾਰ। ਮੂਰਖ ਪੰਡਤ ਹਿਕਮਤ ਹੁਜਤ, ਸੰਜੈ ਕਰੇ ਪਿਆਰ। ਅਜਿਹੀ ਭਿਆਨਕ ਹਾਲਾਤ ਵਿੱਚ 15 ਅਪ੍ਰੈਲ ਸਨ 1469 ਨੂੰ ਗੁਰੂ ਨਾਨਕ ਸਾਹਿਬ ਦੀ ਸਿੰਘ ਗਰਜ ਦਾ ਆਗਾਜ਼ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਹੁਣ ਨਨਕਾਣਾ ਸਾਹਿਬ ਆਖਦੇ ਹਨ, ਵਿੱਚ ਹੋਇਆ। 7 ਸਾਲ ਦੀ ਉਮਰੇ ਜਦੋਂ ਆਪ ਨੂੰ ਗੋਪਾਲ ਪਾਂਦੇ ਪਾਸ ਪੜ੍ਹਨ ਲਈ ਭੇਜਿਆ, ਬਾਬੇ ਨੇ ਪਾਂਦੇ ਅੱਗੇ ਪਹਿਲਾ ਸਵਾਲ ਖੜਾ ਕੀਤਾ ਕਿ ਜੋ ਮੇਰੇ ਤਾਈਂ ਪੜ੍ਹਾਉਂਦਾ ਹੈ ਉਸ ਦਾ ਸਿੱਟਾ ਕੀ ਹੈ। ਜੇ ਸਿੱਟੇ ਦਾ ਹੀ ਪਤਾ ਨਹੀਂ ਤਾਂ ਪੜ੍ਹਾਈ ਦਾ ਕੀ ਲਾਭ। ਉਸ ਵਿਦਿਆ ਦਾ ਕੀ ਫਾਇਦਾ ਜੇ ਮਾਇਆ ਦੇ ਜੰਜਾਲ ਹੀ ਨਾ ਟੁੱਟਣ। ਜਿਸ ਦੇ ਲਿਖਣ ਨਾਲ ਨਿਰੰਕਾਰ ਹੀ ਨਾ ਚਿਤਾਵੇ, ਉਸ ਲਿਖਣ ਦਾ ਕੀ ਲਾਭ। ਜਰਾ ਸੋਚੀਏ
ਕਿ ਅੱਜ ਦੀ ਵਿਦਿਆ ਸਾਡਾ ਕਿਰਦਾਰ ਘੜ ਰਹੀ ਹੈ। ਕਿਰਦਾਰ ਬੰਦਾ ਹੈ ਆਚਾਰ ਨਾਲ। ਸਾਡਾ ਆਚਾਰ ਵਿਵਹਾਰ ਅੱਜ ਦੀ ਸੱਚਮੁੱਚ ਸੰਸਾਰ ਨੂੰ ਕੁਝ ਦੇਣ ਯੋਗ ਹੈ। ਡਾਕਟਰ, ਇੰਜੀਨੀਅਰ, ਅਫਸਰ ਪਦਵੀਆਂ ਹਨ, ਹੋਣੀਆਂ ਚਾਹੀਦੀਆਂ ਹਨ, ਪਰ ਇਹਨਾਂ ਵਿੱਚ ਧਰਮ ਦਾ ਹੋਣਾ ਜ਼ਰੂਰੀ ਹੈ। ਕਰਤਾਰ ਦੀ ਯਾਦ ਹੀ ਸਮਾਜ ਦੀ ਸੇਵਾ ਸਿਖਾਉਂਦੀ ਹੈ। ਬਾਬੇ ਨੇ ਵਿਦਵਾਨ ਦੇ ਗੁਣ ਪੱਟੀ ਦੀਆਂ ਇਨ੍ਹਾਂ ਰਹਾਉ ਦੀਆਂ ਪੰਕਤੀਆਂ ਵਿੱਚ ਦਰਸਾਏ ਹਨ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇਂ ਬੀਰਾ ਤੋ ਪੜਿਆ ਰਹਾਓ। ਇਸ ਦਾ ਭਾਵ ਇਹ ਹੈ ਕਿ ਪੜ੍ਹ ਕੇ ਵਿਦਵਾਨ ਹੋ ਜਾਣਾ ਜ਼ਿੰਦਗੀ ਦਾ ਅਸਲੀ ਮਨੋਰਥ ਨਹੀਂ, ਸਗੋਂ ਉਹੀ ਮਨੁੱਖ ਵਿਦਵਾਨ ਹੈ ਜਿਸ ਦੀ ਬੋਲੀ ਵਿੱਚ, ਲੇਖਣੀ ਵਿੱਚ ਤੇ ਅਮਲਾਂ ਵਿੱਚ ਕਰਤਾਰ ਦੀ ਯਾਦ ਹੈ। ਅਸਲ ਵਿਦਵਾਨ ਉਹੀ ਸਮਝਿਆ ਜਾਵੇਗਾ ਜਦੋਂ ਸੰਸਾਰ ਤੋਂ ਸੁਰਖਰੂ ਹੋ ਕੇ ਵਿਚਰਨ ਦੀ ਜਾਂਚ ਆ ਜਾਵੇਗੀ। ਗੁਰੂ ਜੀ ਦੇ ਜੀਵਨ ਦੀ ਕ੍ਰਾਂਤੀਕਾਰੀ ਘਟਨਾ ਹੈ ਜਨੇਊ ਪਾਉਣ ਦੀ। ਜਦੋਂ ਆਪ 9-10 ਸਾਲ ਦੇ ਹੋ ਗਏ ਤਾਂ ਕੁੱਲ ਰੀਤੀ ਅਨੁਸਾਰ ਜਨੇਊ ਪਾਉਣ ਦਾ ਸਮਾਂ ਆ ਗਿਆ। ਕਿਉਂ ਕਰੀ ਬ੍ਰਾਹਮਣੀ ਧਰਮ ਅਨੁਸਾਰ ਸ਼ੂਦਰਾਂ ਨੂੰ ਛੱਡ ਕੇ ਬਾਕੀ 3 ਵਰਨਾਂ ਦੇ ਲੋਕਾਂ ਨੂੰ ਜਨੇਊ ਧਾਰਨ ਕਰਨਾ ਜ਼ਰੂਰੀ ਦੱਸਿਆ ਗਿਆ ਹੈ। ਹਿੰਦੂ ਮਤ ਅਨੁਸਾਰ ਮੰਨਿਆ ਗਿਆ ਹੈ ਕਿ ਜਨੇਊ ਧਾਰਨ ਨਾਲ ਮਨੁੱਖ ਦਾ ਆਤਮਿਕ ਜਨਮ ਹੁੰਦਾ ਹੈ ਅਤੇ ਉਹ ਹਿੰਦੂ ਧਰਮ ਵਿੱਚ ਪ੍ਰਵੇਸ਼ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਲਈ ਵੱਡਾ ਇਕੱਠ ਹੋਇਆ। ਪੰਡਤ ਹਰਦਿਆਲ ਨੂੰ ਜਨੇਊ ਦੀ ਰਸਮ ਲਈ ਬੁਲਾਇਆ ਗਿਆ। ਪੰਡਤ ਜੀ ਨੇ ਸ਼ਸਤਰਾਂ ਦੀ ਰਹੁ ਰੀਤੀ ਆਰੰਭ ਕੀਤੀ ਤੇ ਗੁਰੂ ਜੀ ਨੂੰ ਜਨੇਊ ਪਾਉਣ ਲਈ ਉੱਠ ਖੜਾ ਹੋਇਆ। ਭਰੀ ਜੁੜੀ ਬਿਰਾਦਰੀ ਤੇ ਹੋਰ ਇਕੱਠ ਵਿੱਚ ਆਪ ਨੇ ਪੰਡਤ ਦੀ ਬਾਂਹ ਫੜ ਕੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਤੇ ਕੁਝ ਸਵਾਲ ਕੀਤੇ। ਇਹ ਜਨੇਊ ਪਾ ਕੇ ਕੀ ਵਾਧਾ ਹੋਵੇਗਾ? ਇਸ ਦੇ ਪਾਉਣ ਨਾਲ ਕੀ ਘਟੇਗਾ? ਇਸ ਦੇ ਨਾ ਪਾਉਣ ਨਾਲ ਪੰਡਤ ਨੇ ਮੋੜਵਾਂ ਉਤਰ ਦਿੱਤਾ। ਨਾ ਪਾਈਏ ਤਾਂ ਬ੍ਰਾਹਮਣ ਤੇ ਖੱਤਰੀ ਧਰਮ ਨਹੀਂ ਰਹਿੰਦਾ। ਗੁਰੂ ਜੀ ਨੇ ਅੱਗੋਂ ਸਵਾਲ ਕੀਤਾ, ਪੰਡਤ ਜੀ ਤੁਸੀਂ ਦੱਸੋ ਕਿਹੜੇ ਧਰਮ ਦੀ ਗੱਲ ਤੁਸੀਂ ਕਰਦੇ ਹੋ? ਕਿਹੜਾ ਕੁਕਰਮ ਹੈ ਜੋ ਬ੍ਰਾਹਮਣ ਤੇ ਖੱਤਰੀ ਧਨ ਦੇ ਲਾਲਚ ਹਿੱਤ ਨਹੀਂ ਕਰ ਰਿਹਾ? ਹਕੂਮਤ ਦੇ ਚਮਚੇ ਬਣ ਕੇ ਖੱਤਰੀਆਂ ਨੇ ਗੁਲਾਮੀ ਦੀ ਜੰਜੀਰ ਸਭ ਦੇ ਗਲ ਵਿੱਚ ਪਾ ਦਿੱਤੀ। ਕਿੱਥੇ ਹੈ ਆਤਮਿਕ ਉਚਤਾ? ਪੰਡਤ ਜੀ ਤੁਸੀਂ ਦੱਸੋ ਕਿ ਖੱਤਰੀ ਦਾ ਧਰਮ ਜਨੇਊ ਨਾਲ ਰਹਿੰਦਾ ਹੈ ਕਿ ਕਰਮ ਕਰਕੇ ਧਰਮ ਕਾਇਮ ਰਹਿੰਦਾ ਹੈ? ਹੁਣ ਪੰਡਤ ਹਰਦਿਆਲ ਲਾਜਵਾਬ ਸੀ ਗੁਰੂ ਦੇ ਕੀਤੇ ਸਵਾਲਾਂ ਅੱਗੇ। ਸੁਲਤਾਨਪੁਰ ਵਿਖੇ ਹੀ ਬਾਬੇ ਨੇ ਕੀਰਤ ਨਾਲ ਕਿਰਤੀ ਕਰਨ ਦੀ ਯੁਕਤੀ ਦੱਸੀ ਹੈ। ਕਿਰਤ ਅਸੀਂ ਸਾਰੇ ਹੀ ਕਰਦੇ ਹਾਂ। ਜੋ ਕਿਰਤ ਗੁਰੂ ਬਾਬੇ ਨੇ ਦੱਸੀ ਉਹ ਅਸੀਂ ਨਹੀਂ ਕਰਦੇ। ਆਓ ਹੁਣ ਅਸੀਂ ਵੇਖੀਏ ਕਿ ਸਾਡੀ ਕਿਰਤ ਵਿੱਚ ਕਿਰਤੀ ਹੈ। ਜੇ ਹੈ ਤਾਂ ਮੁਬਾਰਕ ਹੈ। ਜਿੱਥੇ ਕਿਰਤੀ ਹੈ ਉੱਥੇ ਧੋਖਾ, ਠੱਗੀ, ਫਰੇਬ, ਹੇਰਾ ਫੇਰੀ ਕਦੇ ਨਹੀਂ ਹੋਵੇਗੀ। ਜਿੱਥੇ ਕਿਰਤੀ ਹੈ ਉੱਥੇ ਕਿਰਤ ਵਿੱਚ ਹੀ ਬਰਕਤ ਹੈ। ਜਿੱਥੇ ਕਿਰਤ ਵਿੱਚ ਕਿਰਤੀ ਹੈ ਉੱਥੇ ਰਿਸ਼ਵਤਖੋਰੀ ਨੂੰ ਕੋਈ ਥਾਂ ਨਹੀਂ। ਮਿਲਾਵਟ, ਬੇਈਮਾਨੀ, ਬਲੈਕ ਦਾ ਪੈਸਾ ਕਮਾਉਣ ਵਾਲਾ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦਾ ਆਨੰਦ ਨਹੀਂ ਮਾਣ ਸਕਦਾ। ਕਿਰਤ ਜ਼ਰੂਰੀ ਹੈ ਪਰ ਕਿਰਤੀ ਉਸ ਤੋਂ ਜ਼ਰੂਰੀ ਹੈ। ਬਿਨਾਂ ਕਿਰਤੀ ਦੇ ਕਿਰਤ ਨਹੀਂ ਰਹਿੰਦੀ, ਸਗੋਂ ਧੰਦਾ ਬਣ ਜਾਂਦੀ ਹੈ। ਇਹ ਉਹ ਧੰਦਾ ਹੈ ਜਿਸ ਬਾਬੇ ਗੁਰੂ ਅਮਰਦਾਸ ਜੀ ਨੇ ਕਿਹਾ ਹੈ, ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਗੁਰੂ ਨਾਨਕ ਪਿਤਾ ਦਾ ਆਗਮਨ ਪੁਰਬ ਮਨਾ ਰਹੇ ਗੁਰੂ ਪਿਆਰਿਓ, ਯਤਨ ਕਰੀਏ ਕਿ ਸਾਡੀ ਕਿਰਤ ਵਿੱਚ ਕਿਰਤੀ ਜ਼ਰੂਰੀ ਹੋਵੇ, ਨਹੀਂ ਤਾਂ ਕਿਰਤ ਫਿਰ ਧੰਦਾ ਹੀ ਬਣ ਜਾਵੇਗੀ। ਐਸੀ ਕਿਰਤ ਵਿੱਚ ਪੈਸਾ ਪ੍ਰਧਾਨ ਹੋਵੇਗਾ, ਨਿਰੰਕਾਰ ਨਹੀਂ, ਤੇ ਨਤੀਜਾ ਹੋਵੇਗਾ ਪਾਪਾਂ ਬਾਜੋ ਹੋਵੈ ਨਾਹੀ, ਮੋਇਆ ਸਾਥ ਨਾ ਜਾਈ। ਕਿਰਤ ਨਾਲ ਕਿਰਤੀ ਕਰਨ ਵਾਲਾ ਹੀ ਗੁਰੂ ਬਾਬੇ ਦੀ
ਇਹ ਬੋਲੀ ਸਮਝ ਸਕਦਾ ਹੈ। ਕਾਲ ਖਾਏ ਕਿਚ ਹੱਥੋ ਦੇ, ਨਾਨਕ ਰਹਾ ਪਛਾਨੈ ਸੇ। ਅਸੀਂ ਹੱਥੋਂ ਤਾਂ ਕੀ ਦੇਣਾ, ਸਗੋਂ ਨਿਤਾਨੇ ਨਿਮਾਨੇ ਗਰੀਬ ਲੋੜਵੰਦ ਮਨੁੱਖਾਂ ਨੂੰ ਵੇਖ ਕੇ ਆਪਣੀਆਂ ਅੱਖਾਂ ਮੀਟ ਛੱਡਦੇ ਹਾਂ। ਵੰਡ ਛਕਣ ਦਾ ਉਪਦੇਸ਼ ਤਾਂ ਸਿਰਫ ਗੁਰਪੁਰਬ ਵਾਲੇ ਦਿਨ ਲੰਗਰ ਛਕਾਉਣ ਤੱਕ ਹੀ ਸੀਮਤ ਹੋ ਗਿਆ ਹੈ। ਵੰਡ ਛਕਣ ਦੇ ਸਬੰਧ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ। ਪਾਲੀਪੁਰ ਜੋਗੀਆਂ ਨੇ ਗੁਰੂ ਜੀ ਦੇ ਵੰਡ ਛਕਣ ਦੇ ਸਿਧਾਂਤ ਦਾ ਮਜ਼ਾਕ ਉਡਾਉਣ ਲਈ ਇੱਕ ਤਿਲ ਦਿੱਤਾ ਕਿ ਉਹ ਇਸ ਤਿਲ ਨੂੰ ਵੰਡ ਕੇ ਦਿਖਾਉਣ। ਗੁਰੂ ਜੀ ਨੇ ਉਸ ਸਮੇਂ ਤਿਲ ਨੂੰ ਕੁੰਡੇ ਵਿੱਚ ਪਾ ਕੇ ਲੰਗਰੀ ਦੇ ਡੰਡੇ ਨਾਲ ਘੋਟਣਾ ਆਰੰਭ ਕਰ ਦਿੱਤਾ ਤੇ ਪਾਣੀ ਵਿੱਚ ਪਾ ਕੇ ਸਾਰਿਆਂ ਨੂੰ ਵੰਡ ਦਿੱਤਾ। ਜੋਗੀ ਜੋ ਗੁਰੂ ਨਾਨਕ ਪਾਤਸ਼ਾਹ ਦੀ ਖਿੱਲੀ ਉਡਾਉਣ ਲਈ ਇਕੱਠੇ ਹੋਏ ਸਨ, ਉਹਨਾਂ ਦੇ ਸਿਰ ਗੁਰੂ ਦੀ ਅਜ਼ਮਤ ਅੱਗੇ ਆਪਣੇ ਹੀ ਆਪ ਨੀਵੇਂ ਹੋ ਗਏ। ਅੱਜ ਲੋੜ ਹੈ ਪੰਥਕ ਆਗੂਆਂ, ਸਿੰਘ ਸਭਾਵਾਂ ਤੇ ਸਿੱਖ ਜਥੇਬੰਦੀਆਂ ਨੂੰ ਇੱਕ ਗੁਰੂ ਬਾਬੇ ਦੇ ਵੰਡ ਛਕਣ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਚਾਉਣ ਲਈ ਯੋਜਨਾ ਘੜੀਆਂ ਜਾਣ। ਆਰਥਿਕ ਤੌਰ ਤੇ ਕਮਜ਼ੋਰ ਸਿੱਖਾਂ ਲਈ ਰੋਜ਼ਗਾਰ ਦੇ ਵਸੀਲੇ ਘੜੇ ਜਾਣ। ਲੋੜਵੰਦਾਂ ਦੀ ਮਦਦ ਲਈ ਗੁਰੂ ਦੀ ਗੋਲਕ ਦੇ ਖਜ਼ਾਨੇ ਖੋਲੇ ਜਾਣ। ਸੰਗਮਰਮਰ, ਸੋਨੇ ਦੇ ਕਲਸ਼, ਸੋਨੇ ਦੀਆਂ ਪਾਲਕੀਆਂ ਬਹੁਤ ਹੀ ਬਣ ਚੁੱਕੀਆਂ ਹਨ। ਗੁਰਦੁਆਰੇ ਬਹੁਤ ਆਲੀਸ਼ਾਨ ਹੋ ਚੁੱਕੇ ਹਨ। ਹੁਣ ਲੋੜਵੰਦ ਗੁਰਸਿੱਖਾਂ ਦਾ ਮੂੰਹ ਮੱਥਾ ਸ਼ਿੰਗਾਰਨ ਦੀ ਲੋੜ ਹੈ। ਉਹਨਾਂ ਦੇ ਆਰਥਿਕ ਜੀਵਨ ਨੂੰ ਖੁਸ਼ਹਾਲ ਕਰਕੇ ਧਰਮ ਪ੍ਰਚਾਰ ਨਾਲ ਨਾਮ ਮਾਰਗ ਵੱਲ ਤੋਰਿਆ ਜਾਣਾ ਚਾਹੀਦਾ ਹੈ। ਗੁਰੂ ਜੀ ਨੇ ਸਾਨੂੰ ਦੱਸਿਆ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ, ਤਿੱਥੈ ਨਦਰ ਤੇਰੀ ਬਖਸ਼ੀਸ। ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਤਾਂ ਰਿੱਧ ਸਿੱਧ ਅਵਰਾ ਸਾਧ ਦਾ ਹੋਕਾ ਦਿੰਦੇ ਹਨ। ਗੁਰੂ ਨਾਨਕ ਸਾਹਿਬ ਦਾ ਮਨ ਤਾਂ ਹੀਰੇ ਜਵਾਹਰ ਦੇਖ ਕੇ ਵੀ ਭਰਮਦਾ ਨਹੀਂ। ਪਰ ਸਾਡੀ ਹਾਲਾਤ ਅੱਜ ਹੋਰ ਦੀ ਹੋਰ ਹੈ। ਅਸੀਂ ਸ਼ਬਦ ਦਾ ਆਸਰਾ ਛੱਡ ਕੇ ਕਰਮਾਤੀ ਝੂਠੇ ਬਾਬਿਆਂ ਦੇ ਡੇਰਿਆਂ ਤੇ ਡਾਰਾਂ ਦੀਆਂ ਡਾਰਾਂ ਹੀ ਲਾ ਛੱਡੀਆਂ ਹਨ। ਨਾ ਉੱਥੇ ਕੋਈ ਸਿਧਾਂਤ, ਨਾ ਸ਼ਬਦ ਦਾ ਪ੍ਰਚਾਰ। ਕਦੋਂ ਜਾਗਾਂਗੇ ਅਸੀਂ ਇਹਨਾਂ ਪੇਖੀ ਪਖੰਡੀਆਂ ਦੇ ਚੁੰਗਲ ਵਿੱਚੋਂ? ਹੋਰ ਕਿੰਨੀ ਕੁ ਦੇਰ ਫਸੇ ਰਹਾਂਗੇ? ਕਦੋਂ ਗੁਰੂ ਨਾਨਕ ਪਿਤਾ ਦੇ ਦੱਸੇ ਰਾਹ ਤੇ ਚਲਾਂਗੇ? ਹੁਣ ਤਾਂ ਬਾਬੇ ਦਾ ਜਨਮ ਗੁਰਪੁਰਬ ਵੀ ਬਣਾ ਰਹੇ ਹਾਂ। ਹੁਣ ਹੀ ਬਾਬੇ ਦੇ ਬੋਲਾਂ ਤੋਂ ਸਿੱਖੀਏ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਉ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਪਾਉ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਹਾਕਮ ਜ਼ਾਲਮ ਹੋਵੇ ਜਾਂ ਅਧਰਮੀ ਤਾਂ ਗੁਰੂ ਬਾਬੇ ਨੇ ਉਸ ਦੇ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕੀਤੀ। ਬਾਬਰ ਵਰਗੇ ਤਕੜੇ ਬਾਦਸ਼ਾਹ ਨੂੰ ਜਾਬਰ ਕਹਿ ਕੇ ਲਲਕਾਰਿਆ। ਜਿੱਥੇ ਬਾਬਰ ਦੇ ਹਮਲੇ ਦੀ ਭਰਵੀ ਆਲੋਚਨਾ ਕੀਤੀ, ਉੱਥੇ ਅਯਾਸ਼ ਹੁਕੂਮਤ ਦੇ ਡਿੱਗੇ ਹੋਏ ਆਚਰਨ ਤੇ ਭਾਰਤੀ ਜਨਤਾ ਦੀ ਬੁਝਦਿਲੀ ਨੂੰ ਵੀ ਸਖਤ ਸ਼ਬਦਾਂ ਵਿੱਚ ਵਰਣਨ ਕਰਨ ਦੀ ਜ਼ਰੂਰਤ ਕੀਤੀ। ਜ਼ਾਲਮ ਰਾਜਾਂ ਨੂੰ ਰੱਤ ਪੀਨੇ ਸ਼ੀਹ ਤੇ ਰਿਸ਼ਵਤਖੋਰ ਅਹਿਲਕਾਰਾਂ ਨੂੰ ਕੁੱਤੇ ਕਹਿ ਕੇ ਪੁਕਾਰਿਆ। ਸੱਚ ਦੀ ਆਵਾਜ਼ ਬੁਲੰਦ ਕਰਦਿਆਂ ਜੇਕਰ ਸੀਸ ਵੀ ਕੁਰਬਾਨ ਕਰਨਾ ਪਵੇ ਤਾਂ ਸੰਕੋਚ ਨਹੀਂ ਕਰਨਾ। ਧਰਮ ਦੀ ਆਜ਼ਾਦੀ ਲਈ ਜਿੰਦ ਕੁਰਬਾਨ ਕਰਨ ਵਾਲਾ ਹੀ ਪ੍ਰਮਾਨ ਹੁੰਦਾ ਹੈ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਨ ਨਾ ਕੀਜੈ। ਆਓ ਜਰਾ ਵਿਚਾ ਵੇਖੀਏ ਕਿ ਅੱਜ ਕਿੰਨੇ ਕੁ ਹਨ ਸਾਡੇ ਵਿੱਚੋਂ ਜੋ ਧੱਕੇ ਦੇ ਰਾਜ ਖਿਲਾਫ ਆਪਣੀ ਸੱਚ ਦੀ ਆਵਾਜ਼
ਬੁਲੰਦ ਕਰਨ ਲਈ ਆਪਣੇ ਅਸੀਸ ਦਾ ਸੌਦਾ ਕਰਨਾ ਠੀਕ ਸਮਝਦੇ ਹਨ। ਅੱਜ ਸਾਡੀ ਕੌਮ ਦੇ ਆਗੂ ਭਾਵੇਂ ਧਾਰਮਿਕ ਤੇ ਭਾਵੇਂ ਰਾਜਨੀਤਿਕ, ਇਹ ਸਾਰੇ ਆਪਣੀ ਕੌਮ ਨੂੰ ਪਿੱਠ ਦਿਖਾਉਣ ਵਾਲੇ ਪਾਸੇ ਤੁਰੇ ਹੋਏ ਹਨ। ਸਾਡੀ ਲੀਡਰਸ਼ਿਪ ਨੇ ਆਜ਼ਾਦ ਪੰਥ ਦੀ ਲਗਾਮ ਅੱਜ ਗੈਰਾਂ ਦੇ ਹੱਥ ਸੌਂਪ ਦਿੱਤੀ ਹੈ। ਅੱਜ ਸਾਡਾ ਸਿਧਾਂਤ ਵੀ ਨਹੀਂ ਤੇ ਸਰੂਪ ਵੀ ਨਹੀਂ। ਅੱਜ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਇਆ ਨਿਰਮਲ ਪੰਥ ਆਪਣੀ ਨਿਆਰੀ ਹੋਂਦ ਨੂੰ ਕਾਇਮ ਰੱਖਣ ਵਿੱਚ ਹੀ ਕਠਿਨਾਈ ਮਹਿਸੂਸ ਕਰ ਰਿਹਾ ਹੈ। ਧਰਮ ਹਮੇਸ਼ਾ ਸਿਰ ਦੇ ਕੇ ਹੀ ਕਾਇਮ ਰਹਿੰਦਾ ਹੈ। ਸਰਦਾਰੀ ਤਾਂ ਹੀ ਫੱਬਦੀ ਹੈ ਜੇ ਅਸਲ ਵਿੱਚ ਸਰਦਾਰ ਦੇ ਗੁਣ ਅੰਦਰ ਹੋਣ। ਗੁਰੂ ਨਾਨਕ ਪਾਤਸ਼ਾਹ ਨੇ ਦੁਨੀ ਚੰਦ ਨੂੰ ਦੀਨ, ਲਾਲੋ ਨੂੰ ਲਾਲੀ, ਮਲਕ ਭਾਗੋ ਦੇ ਉੱਚੇ ਭਾਗ, ਠੱਗ ਨੂੰ ਸੱਜਣ, ਹੰਕਾਰੀ ਨੂੰ ਵਲੀ, ਮਾਨਸ ਖਾਨਿਆਂ ਨੂੰ ਮਨੁੱਖ ਤੇ ਨੂਰੀ ਨੂੰ ਨੂਰ ਬਖਸ਼ ਕੇ ਨਿਹਾਲ ਕਰ ਦਿੱਤਾ। ਜਿੱਥੇ ਵੀ ਗੁਰੂ ਨਾਨਕ ਗਏ ਉਹਨਾਂ ਦੀ ਸ਼ਖਸੀਅਤ ਦੀ ਝਾਲ ਕਿਸੇ ਕੋਲੋਂ ਨਾ ਝੱਲੀ ਗਈ। ਕਥਨ ਹੈ, ਸਤਿਗੁਰੂ ਅਗੰਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਭਾਈ ਗੁਰਦਾਸ ਜੀ ਲਿਖਦੇ ਹਨ। ਬਲਵੰਡ ਜੀ ਕਹਿੰਦੇ ਹਨ, ਹੁਣ ਉਹ ਵਿਚਾਰਾ ਕੌਣ ਹੈ ਜੋ ਗੁਰੂ ਨਾਨਕ ਜੀ ਦੇ ਗੁਣ ਆਖ ਸਕੇ, ਕਿਉਂਕਿ ਉਹਨਾਂ ਦਾ ਨਾਮਨਾ ਕਾਦਰ ਨੇ ਆਪ ਉੱਚਾ ਕੀਤਾ ਹੈ। ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮ ਅਵਸਥਾ ਦੀ ਬਖਸ਼ਿਸ਼ ਹਾਸਲ ਕਰ ਲਈ। ਜੋ ਰੱਬੀ ਗੁਣ ਲੋਕ ਬੜੇ ਯਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਸਤਿਗੁਰੂ ਜੀ ਦੇ ਭੈਣ ਭਰਾ ਹਨ, ਭਾਵ ਉਹਨਾਂ ਅੰਦਰ ਸੁਭਾਵਿਕ ਮੌਜੂਦ ਹਨ। ਇਸ ਉੱਚੇ ਨਾਮਨੇ ਵਾਲੇ ਗੁਰੂ ਨਾਨਕ ਦੇਵ ਜੀ ਨੇ ਸੱਚ ਰੂਪ ਕਿਲਾ ਬਣਾ ਕੇ ਪੱਕੀ ਨੀਂਹ ਰੱਖ ਕੇ ਧਰਮ ਦਾ ਰਾਹ ਚਲਾਇਆ ਹੈ। ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀ ਵਧੈ, ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਵਧੈ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਨੀ ਨੀਵ ਦੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਬਹੁਤ ਬਹੁਤ ਵਧਾਈ। ਗੁਰੂ ਬਖਸ਼ਿਸ਼ ਕਰੇ ਸਾਡੀਆਂ ਤਪਦੀਆਂ ਰੂਹਾਂ ਨੂੰ ਆਪਣੇ ਪਿਆਰੇ ਬੋਲਾਂ ਨਾਲ ਠੰਡਾ ਠਾਰ ਕਰ ਦੇਵੇ ਤੇ ਸਿੱਖ ਕੌਮ ਜਗਤ ਵਿੱਚ ਬੁਲੰਦੀਆਂ ਨੂੰ ਛੂ ਸਕੇ। ਇਹ ਅਰਦਾਸ ਹੈ ਉਸ ਪ੍ਰੀਤਮ ਦੇ ਚਰਨਾਂ ਵਿੱਚ। ਗਲਤੀਆਂ ਭੁੱਲਾਂ ਚੁੱਕਾਂ ਮਾਫ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।